ਮੁਕਤੀ ਬਾਰੇ ਬਾਈਬਲ ਬਿਲਕੁਲ ਸਪਸ਼ਟ ਹੈ। ਬਹੁਤ ਸਾਰੇ ਲੋਕ ਸਮਝਦੇ ਹਨ ਕਿ ਬਹੁਤ ਚੰਗੇ ਹਨ ਅਤੇ ਉਹ ਸਵਰਗ ਵਿੱਚ ਜਾਣਗੇ, ਪਰ ਬਾਈਬਲ ਕਹਿੰਦੀ ਹੈ ਕਿ ਸਾਰਿਆਂ ਨੇ ਪਾਪ ਕੀਤੇ ਹਨ ਅਤੇ ਸਾਰੇ ਪਰਮੇਸ਼ਰ ਦੀ ਮਹਿਮਾ ਤੋਂ ਰਹਿਤ ਹਨ। ਬਾਈਬਲ ਕਹਿੰਦੀ ਹੈ ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਨਹੀਂ। ਤੁਸੀਂ ਧਾਰਮਿਕ ਨਹੀਂ ਹੋ, ਮੈਂ ਵੀ ਨਹੀਂ। ਜੇਕਰ ਚੰਗਾ ਹੋਣਾ ਹੀ ਸਵਰਗ ਜਾਣ ਦਾ ਕਾਰਨ ਹੁੰਦਾ ਤਾਂ ਸਾਡੇ ਵਿੱਚੋਂ ਕੋਈ ਵੀ ਸਵਰਗ ਨਾ ਜਾਂਦਾ। ਅਤੇ ਰੈਵਲੇਸ਼ਨ 21:8 ਵਿੱਚ ਬਾਈਬਲ ਕਹਿੰਦੀ ਹੈ ਕਾਇਰ, ਅਵਿਸ਼ਵਾਸੀ, ਕਾਤਲ, ਜਿਨਸੀ ਪਾਪ, ਜਾਦੂ ਟੂਣਾ, ਮੂਰਤੀ ਪੂਜਾ ਕਰਨ ਵਾਲੇ ਅਤੇ ਉਹ ਜਿਹੜੇ ਝੂਠ ਬੋਲਦੇ ਹਨ, ਉਹਨਾਂ ਸਾਰਿਆਂ ਦੀ ਥਾਂ ਬਲਦੀ ਹੋਈ ਗੰਧਕ ਦੀ ਝੀਲ ਵਿੱਚ ਹੋਵੇਗੀ। ਇਹ ਦੂਸਰੀ ਮੌਤ ਹੈ। ਮੈਂ ਪਹਿਲਾਂ ਝੂਠ ਬੋਲਿਆ ਹੈ। ਅਸੀਂ ਸਾਰਿਆਂ ਨੇ ਪਹਿਲਾਂ ਝੂਠ ਬੋਲਿਆ ਹੈ, ਇਸ ਲਈ ਅਸੀਂ ਸਾਰੇ ਪਾਪੀ ਹਾਂ। ਅਸੀਂ ਇਸ ਤੋਂ ਵੱਧ ਬੁਰੀਆਂ ਗੱਲਾਂ ਕੀਤੀਆਂ ਹਨ। ਅਸੀਂ ਨਰਕ ਜਾਣ ਦੇ ਲਾਇਕ ਹਾਂ। ਪਰ ਬਾਈਬਲ ਕਹਿੰਦੀ ਹੈ ਪਰ ਪਰਮਾਤਮਾ ਨੇ ਸਾਡੇ ਉੱਪਰ ਪ੍ਰੇਮ ਦਿਖਾਇਆ ਹੈ। ਜਦ ਕਿ ਅਸੀਂ ਤਾਂ ਪਾਪੀ ਹੀ ਸੀ, ਪਰ ਯੀਸ਼ੂ ਨੇ ਸਾਡੇ ਲਈ ਆਪਣੇ ਪ੍ਰਾਣ ਤਿਆਗ ਦਿੱਤੇ। ਯੀਸ਼ੂ ਸਾਨੂੰ ਪ੍ਰੇਮ ਕਰਦਾ ਸੀ, ਇਸ ਲਈ ਉਹ ਧਰਤੀ ਤੇ ਆਇਆ। ਬਾਈਬਲ ਕਹਿੰਦੀ ਹੈ ਉਹ ਹੱਡ ਮਾਸ ਤੋਂ ਬਣਿਆ ਪਰਮਾਤਮਾ ਦਾ ਹੀ ਸਰੂਪ ਸੀ। ਖੁਦ ਪਰਮਾਤਮਾ ਨੇ ਮਨੁੱਖ ਦਾ ਰੂਪ ਧਾਰਿਆ। ਉਸਨੇ ਪਾਪ ਰਹਿਤ ਜੀਵਨ ਬਤੀਤ ਕੀਤਾ ਅਤੇ ਫਿਰ ਵੀ ਉਹਨਾਂ ਨੇ ਉਸ ਨੂੰ ਮਾਰਿਆ, ਉਸ ਤੇ ਥੁੱਕਿਆ ਅਤੇ ਆਖਿਰ ਵਿੱਚ ਉਸ ਨੂੰ ਕਿੱਲਾਂ ਨਾਲ ਸੂਲੀ ਤੇ ਠੋਕ ਦਿੱਤਾ। ਬਾਈਬਲ ਕਹਿੰਦੀ ਹੈ ਉਸਨੇ ਆਪਣੇ ਸਰੀਰ ਵਿੱਚ ਸਾਡੇ ਪਾਪਾਂ ਨੂੰ ਢੱਕ ਲਿਆ ਅਤੇ ਉਹ ਸਾਰੇ ਪਾਪ ਜੋ ਮੈਂ ਕੀਤੇ ਜਾਂ ਤੁਸੀਂ ਕੀਤੇ, ਉਸ ਦੀ ਸਜ਼ਾ ਯੀਸ਼ੂ ਨੂੰ ਦਿੱਤੀ ਗਈ। ਜਦੋਂ ਉਹ ਮਰ ਗਿਆ ਤਾਂ ਉਸ ਨੂੰ 3 ਦਿਨ ਅਤੇ 3 ਰਾਤਾਂ ਤੱਕ ਕਬਰ ਦਿੱਤੀ, ਜਿਸ ਦੌਰਾਨ ਉਹ ਨਰਕ ਵਿੱਚ ਰਿਹਾ। ਬਾਈਬਲ ਕਹਿੰਦੀ ਹੈ 3 ਦਿਨ ਬਾਅਦ ਉਹ ਫਿਰ ਜੀਵਿਤ ਹੋ ਗਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਆਪਣੇ ਹੱਥਾਂ ਵਿੱਚ ਹੋਈਆਂ ਮੋਰੀਆਂ ਦਿਖਾਈਆਂ। ਬਾਈਬਲ ਬਹੁਤ ਸਪਸ਼ਟ ਹੈ। ਯੀਸ਼ੂ ਸੰਸਾਰ ਵਿੱਚ ਹਰ ਇੱਕ ਲਈ ਮਰਿਆ। ਉਹ ਨਾ ਸਿਰਫ ਸਾਡੇ ਪਾਪਾਂ ਦਾ ਬਲਕਿ ਸਾਰੇ ਸੰਸਾਰ ਦੇ ਪਾਪਾਂ ਦਾ ਬਲੀਦਾਨ ਹੈ। ਪਰ ਸਾਨੂੰ ਬਚਣ ਲਈ ਕੰਮ ਕਰਨਾ ਚਾਹੀਦਾ ਹੈ। ਬਾਈਬਲ ਵਿੱਚ ਪ੍ਰਸ਼ਨ ਹੈ ਮੈਨੂੰ ਮੁਕਤੀ ਪਾਉਣ ਲਈ ਕੀ ਕਰਨਾ ਚਾਹੀਦਾ ਹੈ? ਉਹਨਾਂ ਨੇ ਉੱਤਰ ਦਿੱਤਾ ਪ੍ਰਭੂ ਯੀਸ਼ੂ ਤੇ ਵਿਸ਼ਵਾਸ ਕਰੋ। ਉਸਨੇ ਇਹ ਨਹੀਂ ਕਿਹਾ ਕਿ ਗਿਰਜਾਘਰ ਵਿੱਚ ਜਾਓ ਜਾਂ ਬਪਤਿਸਮੇ ਕਰਵਾਓ ਜਾਂ ਚੰਗੀ ਜ਼ਿੰਦਗੀ ਬਤੀਤ ਕਰੋ ਜਾਂ ਆਪਣੇ ਪਾਪਾਂ ਦਾ ਪ੍ਰਾਸ਼ਚਿਤ ਕਰੋ ਤਾਂ ਤੁਹਾਨੂੰ ਮੁਕਤੀ ਮਿਲੇਗੀ। ਨਹੀਂ, ਉਸਨੇ ਕਿਹਾ ਸਿਰਫ ਵਿਸ਼ਵਾਸ ਕਰੋ। ਬਾਈਬਲ ਦਾ ਸਭ ਤੋਂ ਮਸ਼ਹੂਰ ਕਥਨ ਜੋ ਤੁਹਾਨੂੰ ਇਨ ਐਂਡ ਆਊਟ 버ਗਰ ਦੇ ਕੱਪ ਦੇ ਵਿੱਚ ਵੀ ਮਿਲ ਜਾਏਗਾ, ਇਹ ਇੰਨਾ ਮਸ਼ਹੂਰ ਹੈ ਕਿ ਇਸ ਨੂੰ ਸਭ ਨੇ ਸੁਣਿਆ ਹੈ। ਯਹੂਨਾ 3:16 ਪਰਮਾਤਮਾ ਨੂੰ ਸੰਸਾਰ ਨਾਲ ਇੰਨਾ ਪਿਆਰ ਹੈ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਹਰ ਆਦਮੀ ਜੋ ਉਸ ਤੇ ਵਿਸ਼ਵਾਸ ਕਰਦਾ ਹੈ ਉਹ ਨਸ਼ਟ ਨਾ ਹੋਵੇ ਬਲਕਿ ਉਸਨੂੰ ਅਟਲ ਜੀਵਨ ਮਿਲੇ। ਅਟਲ ਦਾ ਮਤਲਬ ਹੈ ਅਟਲ ਯਾਨੀ ਹਮੇਸ਼ਾ ਦੇ ਲਈ। ਯੀਸ਼ੂ ਨੇ ਕਿਹਾ ਮੈਂ ਉਹਨਾਂ ਨੂੰ ਅਟਲ ਜੀਵਨ ਦਿੰਦਾ ਹਾਂ, ਉਹਨਾਂ ਦਾ ਕਦੀ ਵੀ ਨਾਸ਼ ਨਹੀਂ ਹੋਵੇਗਾ ਤੇ ਨਾ ਹੀ ਕੋਈ ਉਹਨਾਂ ਨੂੰ ਮੇਰੇ ਹੱਥਾਂ ਚੋਂ ਕੱਢ ਕੇ ਲੈ ਜਾ ਸਕੇਗਾ। ਯਹੂਨਾ 6:47 ਵਿੱਚ ਲਿਖਿਆ ਹੈ ਮੈਂ ਤੁਹਾਨੂੰ ਸੱਚ ਕਹਿਣਾ ਹਾਂ ਜੋ ਵਿਸ਼ਵਾਸ ਕਰਦਾ ਹੈ ਉਸਨੂੰ ਅਟਲ ਜੀਵਨ ਪ੍ਰਾਪਤ ਹੋਵੇਗਾ। ਤੁਸੀਂ ਹਮੇਸ਼ਾ ਜ਼ਿੰਦਾ ਰਹੋਗੇ। ਇਸ ਲਈ ਅਗਰ ਤੁਹਾਨੂੰ ਮਸੀਹ ਵਿੱਚ ਵਿਸ਼ਵਾਸ ਹੈ ਤਾਂ ਬਾਈਬਲ ਕਹਿੰਦੀ ਹੈ ਤੁਹਾਨੂੰ ਅਟਲ ਜੀਵਨ ਪ੍ਰਾਪਤ ਹੋਵੇਗਾ। ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਉਹ ਕਦੇ ਵੀ ਨਸ਼ਟ ਨਹੀਂ ਹੋਵੇਗੀ। ਅਗਰ ਮੈਂ ਇਸ ਧਰਤੀ 'ਤੇ ਕੋਈ ਭਿਆਨਕ ਪਾਪ ਕਰ ਬੈਠਦਾ ਹਾਂ ਤਾਂ ਪਰਮੇਸ਼ਵਰ ਮੈਨੂੰ ਇਸ ਧਰਤੀ 'ਤੇ ਹੀ ਸਜ਼ਾ ਦੇਵੇਗਾ। ਅਗਰ ਮੈਂ ਕਿਸੇ ਨੂੰ ਮਾਰ ਦਿੰਦਾ ਹਾਂ ਤਾਂ ਪਰਮਾਤਮਾ ਮੈਨੂੰ ਯਕੀਨੀ ਤੌਰ 'ਤੇ ਸਜ਼ਾ ਦੇਵੇਗਾ। ਹੋ ਸਕਦਾ ਹੈ ਮੈਂ ਜੇਲ੍ਹ ਚਲਾ ਜਾਵਾਂ ਜਾਂ ਇਸ ਤੋਂ ਵੀ ਸਖਤ ਮੈਨੂੰ ਫਾਹਾ ਦੇ ਦਿੱਤਾ ਜਾਵੇ। ਦੁਨੀਆ ਮੈਨੂੰ ਮੇਰੇ ਅਪਰਾਧ ਦੀ ਜੋ ਵੀ ਸਜ਼ਾ ਦੇਵੇ ਪਰ ਮੈਂ ਨਰਕ ਨਹੀਂ ਜਾਵਾਂਗਾ। ਅਗਰ ਮੈਂ ਨਰਕ ਵਿੱਚ ਜਾਂਦਾ ਹਾਂ ਤਾਂ ਇਹ ਪਰਮਾਤਮਾ ਦਾ ਝੂਠ ਹੋਵੇਗਾ ਕਿਉਂਕਿ ਉਸਨੇ ਵਚਨ ਦਿੱਤਾ ਸੀ ਕਿ ਜੋ ਵੀ ਉਸ 'ਤੇ ਵਿਸ਼ਵਾਸ ਕਰੇਗਾ ਉਸਨੂੰ ਅਨੰਤ ਅਟਲ ਜੀਵਨ ਪ੍ਰਾਪਤ ਹੋਵੇਗਾ। ਇਸ ਲਈ ਬਾਈਬਲ ਵਿੱਚ ਬਹੁਤ ਉਦਾਹਰਨਾਂ ਹਨ ਜਿਨ੍ਹਾਂ ਲੋਕਾਂ ਨੇ ਬਹੁਤ ਬੁਰੇ ਕੰਮ ਕੀਤੇ ਪਰ ਫਿਰ ਵੀ ਸਵਰਗ ਗਏ। ਕਿ ਉਹ ਬਹੁਤ ਚੰਗੇ ਸਨ? ਨਹੀਂ, ਕਿਉਂਕਿ ਉਹ ਮਸੀਹ 'ਤੇ ਵਿਸ਼ਵਾਸ ਰੱਖਦੇ ਸਨ। ਦੂਜੇ ਲੋਕ ਜਿਨ੍ਹਾਂ ਨੇ ਸ਼ਾਇਦ ਬਹੁਤ ਵਧੀਆ ਜ਼ਿੰਦਗੀ ਬਤੀਤ ਕੀਤੀ ਹੋਵੇ ਪਰ ਪ੍ਰਭੂ ਯੀਸ਼ੂ ਵਿੱਚ ਵਿਸ਼ਵਾਸ ਨਾ ਹੋਣ ਕਾਰਨ ਉਹਨਾਂ ਨੂੰ ਨਰਕ ਜਾਣਾ ਪਏਗਾ ਤਾਂ ਜੋ ਉਹਨਾਂ ਨੂੰ ਆਪਣੇ ਪਾਪਾਂ ਦੀ ਸਜ਼ਾ ਮਿਲ ਸਕੇ। ਅੱਜ ਮੈਂ ਆਪਣੀ ਇਸ ਗੱਲ ਨਾਲ ਵਿਚਾਰ ਖਤਮ ਕਰਨੀ ਚਾਹੁੰਦਾ ਹਾਂ। ਇੱਕ ਚੀਜ਼ ਜੋ ਮੈਂ ਸਾਹਮਣੇ ਲਿਆਉਣਾ ਚਾਹੁੰਦਾ ਹਾਂ ਕਿ ਇੱਕ ਚੇਲੇ ਨੇ ਯੀਸ਼ੂ ਨੂੰ ਪ੍ਰਸ਼ਨ ਪੁੱਛਿਆ ਅਤੇ ਪ੍ਰਸ਼ਨ ਇਹ ਸੀ ਕਿ ਮੁਕਤੀ ਪਾਉਣ ਵਾਲੇ ਬਹੁਤ ਘੱਟ ਲੋਕ ਹਨ। ਕੀ ਜ਼ਿਆਦਾਤਰ ਲੋਕ ਮੁਕਤੀ ਪਾ ਸਕਦੇ ਹਨ ਜਾਂ ਸਿਰਫ ਕੁਝ ਲੋਕ? ਇੱਥੇ ਕੌਣ ਹੈ ਜੋ ਸੋਚਦਾ ਹੈ ਕਿ ਜ਼ਿਆਦਾਤਰ ਲੋਕ ਸਵਰਗ ਵਿੱਚ ਜਾਣਗੇ? ਵੱਧ ਤੋਂ ਵੱਧ ਲੋਕ। ਅੰਦਾਜ਼ਾ ਲਗਾਓ ਕਿ ਉੱਤਰ ਕੀ ਸੀ। ਮਤੀ 7 ਵਿੱਚ ਉਸਨੇ ਕਿਹਾ ਛੋਟੇ ਰਸਤੇ ਤੋਂ ਪ੍ਰਵੇਸ਼ ਕਰੋ। ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਚੌੜਾ ਦਰਵਾਜ਼ਾ ਅਤੇ ਵੱਡਾ ਰਸਤਾ ਤਾਂ ਤਬਾਹੀ ਵੱਲ ਲੈ ਜਾਂਦਾ ਹੈ। ਬਹੁਤ ਸਾਰੇ ਲੋਕ ਉਸ ਰਸਤੇ 'ਤੇ ਚੱਲ ਰਹੇ ਹਨ ਪਰ ਉਹ ਦਰਵਾਜ਼ਾ ਬਹੁਤ ਪੀੜਾ ਹੈ ਅਤੇ ਸੀਮਿਤ ਹੈ ਜਿਹੜਾ ਸੱਚੇ ਜੀਵਨ ਵੱਲ ਲੈ ਜਾਂਦਾ ਹੈ। ਵਿਰਲੇ ਲੋਕ ਹੀ ਇਸ ਨੂੰ ਪਾ ਸਕਣਗੇ। ਅਤੇ ਫਿਰ ਉਸਨੇ ਇਹ ਵੀ ਕਿਹਾ ਪ੍ਰਭੂ ਪ੍ਰਭੂ ਕਰਨ ਵਾਲਾ ਹਰ ਬੰਦਾ ਸਵਰਗ ਵਿੱਚ ਨਹੀਂ ਜਾ ਸਕੇਗਾ ਬਲਕਿ ਜੋ ਸਵਰਗ ਵਿੱਚ ਬੈਠੇ ਮੇਰੇ ਪਰਮ ਪਿਤਾ ਦੀ ਇੱਛਾ ਅਨੁਸਾਰ ਚੱਲਦਾ ਹੈ ਉਹ ਹੀ ਉਸ ਵਿੱਚ ਦਾਖਲ ਹੋ ਸਕੇਗਾ।
ਉਸ ਮਹਾਨ ਦਿਨ ਬਹੁਤ ਸਾਰੇ ਲੋਕ ਪੁੱਛਣਗੇ, ਪ੍ਰਭੂ ਹੈ ਪ੍ਰਭੂ, ਕੀ ਅਸੀਂ ਤੇਰਾ ਨਾਮ ਨਹੀਂ ਜਪਿਆ? ਕੀ ਅਸੀਂ ਤੇਰੇ ਨਾਮ ਨਾਲ ਬੁਰੀਆਂ ਆਤਮਾਵਾਂ ਨਹੀਂ ਕੱਢੀਆਂ? ਕੀ ਅਸੀਂ ਤੇਰੇ ਨਾਮ ਨਾਲ ਚੰਗੇ ਕਰਮ ਨਹੀਂ ਕੀਤੇ? ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਕਿ ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਉਹ ਬੁਰੇ ਕੰਮ ਕਰਨ ਵਾਲਿਓ, ਇੱਥੋਂ ਭੱਜ ਜਾਓ। ਸਭ ਤੋਂ ਪਹਿਲਾਂ ਦੁਨੀਆ ਦੇ ਜ਼ਿਆਦਾਤਰ ਲੋਕ ਯੀਸ਼ੂ ਨੂੰ ਨਹੀਂ ਮੰਨਦੇ, ਪਰ ਸ਼ੁਕਰ ਹੈ ਕਿ ਕਲਾਸ ਦੇ ਕਾਫੀ ਲੋਕ ਯੀਸ਼ੂ ਤੇ ਵਿਸ਼ਵਾਸ ਰੱਖਦੇ ਹਨ। ਪਰ ਫਿਰ ਵੀ ਦੁਨੀਆ ਤੇ ਜ਼ਿਆਦਾਤਰ ਲੋਕ ਯੀਸ਼ੂ ਨੂੰ ਨਹੀਂ ਮੰਨਦੇ। ਪਰ ਪਰਮਾਤਮਾ ਨੇ ਸਾਨੂੰ ਚੌਕੰਨਾ ਕੀਤਾ ਕਿ ਜੋ ਕਹਿੰਦੇ ਹਨ ਕਿ ਉਹ ਯੀਸ਼ੂ ਤੇ ਵਿਸ਼ਵਾਸ ਰੱਖਦੇ ਹਨ, ਜੋ ਉਸ ਨੂੰ ਪ੍ਰਭੂ ਕਹਿੰਦੇ ਹਨ, ਉਹਨਾਂ ਵਿੱਚੋਂ ਜ਼ਿਆਦਾਤਰ ਇਹ ਬੋਲਣਗੇ, ਅਸੀਂ ਤਾਂ ਬਹੁਤ ਚੰਗੇ ਕਰਮ ਕੀਤੇ, ਸਾਨੂੰ ਜੀਵਨ ਮੁਕਤੀ ਪ੍ਰਾਪਤ ਕਿਉਂ ਨਹੀਂ ਹੋਈ? ਤਾਂ ਉਹ ਕਹੇਗਾ, ਭੱਜ ਜਾਓ, ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਕਿਉਂਕਿ ਜੀਵਨ ਮੁਕਤੀ ਕਰਮਾਂ ਕਰਕੇ ਨਹੀਂ ਮਿਲਦੀ। ਅਤੇ ਅਗਰ ਤੁਸੀਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਕਰਮਾਂ ਤੇ ਭਰੋਸਾ ਕਰਦੇ ਹੋ, ਜਾਂ ਤੁਸੀਂ ਸੋਚਦੇ ਹੋ ਕਿ ਮੈਂ ਬੈਪਟਾਈਜ਼ਡ ਹਾਂ ਤਾਂ ਸਵਰਗ ਵਿੱਚ ਜਾਵਾਂਗਾ, ਜਾਂ ਤੁਸੀਂ ਸੋਚਦੇ ਹੋ ਮੈਨੂੰ ਲੱਗਦਾ ਹੈ ਕਿ ਇੱਕ ਚੰਗਾ ਜੀਵਨ ਜੀਣਾ ਹੋਏਗਾ, ਜਾਂ ਮੈਨੂੰ ਲੱਗਦਾ ਹੈ ਕਿ ਆਗਿਆ ਦਾ ਪਾਲਨ ਕਰਨਾ ਹੋਏਗਾ, ਜਾਂ ਮੈਨੂੰ ਲੱਗਦਾ ਹੈ ਕਿ ਗਿਰਜਾ ਘਰ ਜਾਣਾ ਹੋਏਗਾ, ਜਾਂ ਮੈਨੂੰ ਲੱਗਦਾ ਹੈ ਕਿ ਪਾਪਾਂ ਤੋਂ ਬਚਣਾ ਹੋਏਗਾ, ਅਗਰ ਤੁਸੀਂ ਆਪਣੇ ਕਰਮਾਂ ਤੇ ਵਿਸ਼ਵਾਸ ਰੱਖ ਕੇ ਬੈਠੇ ਹੋ ਤਾਂ ਯੀਸ਼ੂ ਇੱਕ ਦਿਨ ਤੁਹਾਨੂੰ ਕਹੇਗਾ, ਭੱਜ ਜਾਓ, ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਤੁਹਾਨੂੰ ਉਸ ਦੀ ਕਰਨੀ ਤੇ ਪੂਰਾ ਵਿਸ਼ਵਾਸ ਰੱਖਣਾ ਹੋਵੇਗਾ। ਤੁਹਾਨੂੰ ਪੂਰਾ ਵਿਸ਼ਵਾਸ ਰੱਖਣਾ ਹੋਵੇਗਾ ਜੋ ਉਹਨੇ ਸੂਲੀ ਤੇ ਕੀਤਾ, ਜਦੋਂ ਉਹ ਤੁਹਾਡੇ ਲਈ ਮਰਿਆ, ਦਫਨਾਇਆ ਗਿਆ ਤੇ ਫਿਰ ਤੋਂ ਜੀਵਿਤ ਹੋਇਆ। ਇਹੀ ਤੁਹਾਡੇ ਲਈ ਸਵਰਗ ਦਾ ਟਿਕਟ ਹੈ। ਅਤੇ ਅਗਰ ਤੁਸੀਂ ਕਿਸੇ ਹੋਰ ਚੀਜ਼ਾਂ ਤੇ ਵਿਸ਼ਵਾਸ ਰੱਖੇ ਬੈਠੇ ਹੋ ਕਿ ਮੈਂ ਸਵਰਗ ਵਿੱਚ ਜਾਊਂਗਾ ਕਿਉਂਕਿ ਮੈਂ ਚੰਗਾ ਆਦਮੀ ਹਾਂ ਤੇ ਮੈਂ ਚੰਗੇ ਕੰਮ ਕੀਤੇ ਹਨ, ਉਹ ਕਹੇਗਾ, ਭੱਜ ਜਾਓ। ਅਤੇ ਉਸ ਦੇ ਸ਼ਬਦਾਂ ਤੇ ਧਿਆਨ ਦਿਓ, ਭੱਜ ਜਾਓ, ਮੈਂ ਤੁਹਾਨੂੰ ਕਦੇ ਨਹੀਂ ਜਾਣਦਾ ਸੀ। ਇਹ ਨਹੀਂ ਕਿ ਮੈਂ ਤੁਹਾਨੂੰ ਜਾਣਦਾ ਸੀ, ਕਿਉਂਕਿ ਅਗਰ ਉਸਨੇ ਇੱਕ ਵਾਰ ਜਾਣ ਲਿਆ ਤਾਂ ਇਹ ਅਟਲ ਹੈ। ਅਗਰ ਤੁਸੀਂ ਨਰਕ ਵਿੱਚ ਜਾਂਦੇ ਹੋ ਤਾਂ ਉਸਨੇ ਤੁਹਾਨੂੰ ਕਦੇ ਜਾਣਿਆ ਹੀ ਨਹੀਂ। ਅਗਰ ਇੱਕ ਵਾਰ ਉਹਨੇ ਜਾਣ ਲਿਆ ਤਾਂ ਜਾਣ ਲਿਆ। ਜਿਵੇਂ ਕਿ ਮੇਰੇ ਬੱਚੇ ਹਮੇਸ਼ਾ ਮੇਰੇ ਹੀ ਬੱਚੇ ਹਨ। ਜਦੋਂ ਤੁਸੀਂ ਦੁਬਾਰਾ ਜਨਮ ਲੈਂਦੇ ਹੋ, ਜਦੋਂ ਤੁਸੀਂ ਉਸਦੇ ਬੱਚੇ ਹੋ, ਤਾਂ ਤੁਸੀਂ ਹਮੇਸ਼ਾ ਉਸਦੇ ਬੱਚੇ ਰਹੋਗੇ। ਤੁਸੀਂ ਪਰਿਵਾਰ ਦੀ ਕਾਲੀ ਭੇਡ ਹੋ ਸਕਦੇ ਹੋ। ਤੁਹਾਨੂੰ ਪਰਮਾਤਮਾ ਇਸ ਧਰਤੀ ਤੇ ਵੱਧ ਤੋਂ ਵੱਧ ਸਜ਼ਾ ਦਿੰਦਾ ਹੋਵੇਗਾ। ਤੁਸੀਂ ਆਪਣਾ ਜੀਵਨ ਇਸ ਧਰਤੀ ਤੇ ਖਰਾਬ ਕਰ ਸਕਦੇ ਹੋ, ਪਰ ਤੁਹਾਡੀ ਮੁਕਤੀ ਯਕੀਨੀ ਹੈ। ਅੱਜ ਮੈਂ ਅੰਤਲੇ ਸਮੇਂ ਵਿੱਚ ਮੁੱਖ ਰੂਪ ਵਿੱਚ ਇਹੀ ਕਹਿਣਾ ਚਾਹੁੰਦਾ ਸੀ, ਅਤੇ ਹੁਣ ਕੁਝ ਮਿੰਟਾਂ ਲਈ ਮੈਂ ਮੁਕਤੀ ਅਤੇ ਅੰਤਿਮ ਸਮੇਂ ਤੇ ਆਧਾਰਿਤ ਕੁਝ ਪ੍ਰਸ਼ਨਾਂ ਦੇ ਉੱਤਰ ਦੇਵਾਂਗਾ।